गुड मॉर्निंग। हाँ जी। ਅੱਜ ਤੁਹਾਡਾ ਜਿਹੜਾ ਟੌਪਿਕ ਆ ਉਹ ਬਿਲਕੁਲ ਨਵਾਂ ਟੌਪਿਕ ਆ। ਉਹ ਹੈਗਾ ਇਨਵੈਸਟਮੈਂਟ ਕ੍ਰਾਈਟੇਰੀਆ। ਪਹਿਲਾਂ ਇਹ ਤੁਹਾਡੇ ਸਿਲੇਬਸ ਦੇ ਵਿੱਚ ਹੁੰਦਾ ਨਹੀਂ ਸੀ, ਹੁਣ ਇਹਨਾਂ ਨੇ ਐਡ ਕੀਤਾ ਆ ਇਹ ਵਾਲਾ ਤੁਹਾਡੇ ਸਿਲੇਬਸ ਦੇ ਵਿੱਚ, ਅਦਰਵਾਈਜ਼ ਇਹਦੀ ਕਦੀ ਲੋੜ ਪਈ ਨਹੀਂ ਆਪਾਂ ਨੂੰ। ਇਹ ਤੁਹਾਡੀ ਬੀਏ ਦੀ ਬੁੱਕ ਵਿੱਚ ਇਹ ਇਨਵੈਸਟਮੈਂਟ ਕ੍ਰਾਈਟੇਰੀਆ ਚੱਲਦਾ ਹੁੰਦਾ ਸੀ, ਜਿਹਦੇ ਵਿੱਚ ਚੋਇਸ ਆਫ ਟੈਕਨੀਕ ਤੇ ਇਨਵੈਸਟਮੈਂਟ ਕ੍ਰਾਈਟੇਰੀਆ ਦੋਨੇ ਪੜ੍ਹਦੇ ਸੀ ਤੁਸੀਂ। ਹੁਣ ਤੁਹਾਡੇ ਕੋਲ ਜਿਹੜਾ ਆ ਹੁਣ ਇਹਦੇ ਵਿੱਚ ਹੈਗਾ ਆ ਇਨਵੈਸਟਮੈਂਟ ਕ੍ਰਾਈਟੇਰੀਆ ਤੇ ਚੋਇਸ ਆਫ ਟੈਕਨੀਕ। ਇਹ ਦੋਨੇ ਲੈਸਨ ਇਹਨਾਂ ਨੇ ਐਮਏ ਦੇ ਸਿਲੇਬਸ ਦੇ ਵਿੱਚ ਐਡ ਕਰਤੇ ਆ। ਕੁਛ ਹਿੱਸਾ ਇਹਨਾਂ ਨੇ ਬਾਹਰ ਕੱਢਤਾ ਹੈ। ਜਿਹੜਾ 3 ਸਟੋਰੀਜ਼ ਆਫ ਇੰਟਰਨੈਸ਼ਨਲ ਟ੍ਰੇਡ ਉਹ ਹੁਣ ਹੈ ਨਹੀਂ, ਪਿਛਲੇ ਸਾਲ ਤੱਕ ਹੈਗੀਆਂ ਸੀ। ਅੱਛਾ, ਸਭ ਤੋਂ ਪਹਿਲਾਂ ਆਪਾਂ ਪੜ੍ਹਨ ਲੱਗੇ ਹਾਂ ਇਨਵੈਸਟਮੈਂਟ ਕ੍ਰਾਈਟੇਰੀਆ, ਕਿਉਂਕਿ ਅੱਜ ਤੱਕ ਤੁਸੀਂ ਇਹਨੂੰ ਨਾ ਸੁਣਿਆ ਹੋਣਾ ਆ, ਨਾ ਇਹਨੂੰ ਕਦੀ ਤੁਸੀਂ ਪੜ੍ਹਿਆ ਹੈ। ਇਹ ਹੈ ਕੀ ਚੀਜ਼ ਆ, ਕੀ ਕਿੱਦਾਂ ਭਲਾ ਕੰਮ ਕਰਦੀ ਇਹ ਵਾਲੀ, ਇਹ ਸਾਰਾ ਇਹਦੇ ਵਿੱਚ ਆਉਣਾ ਆ ਤੁਹਾਡਾ। ਹੁਣ ਆਪਾਂ ਕਰਨ ਲੱਗੇ ਹਾਂ ਇਨਵੈਸਟਮੈਂਟ ਕ੍ਰਾਈਟੇਰੀਆ। ਦੇਖੋ, ਇਨਵੈਸਟਮੈਂਟ ਕ੍ਰਾਈਟੇਰੀਆ ਹੁੰਦਾ ਕੀ ਆ? ਸਾਰੇ ਡਿਵੈਲਪਿੰਗ ਕੰਟਰੀਜ਼, ਜਿੰਨੇ ਵੀ ਆਪਾਂ ਡਿਵੈਲਪਿੰਗ ਕੰਟਰੀ ਕਰਦੇ ਹਾਂ, ਉਹਨਾਂ ਵਿੱਚ ਲਿਮਿਟਿਡ ਸੋਰਸ ਆਫ ਇਨਵੈਸਟਮੈਂਟ ਹੁੰਦਾ ਹੈ ਜਾਂ ਕੈਪੀਟਲ ਫਾਰਮੇਸ਼ਨ, ਕਿਉਂਕਿ ਪੈਸਾ ਹੁੰਦਾ ਹੀ ਨਹੀਂ ਹੈ ਆਪਣੇ ਕੋਲ ਅੰਡਰਡਿਵੈਲਪ ਕੰਟਰੀ ਵਿੱਚ। ਜੇ ਪੈਸਾ ਨਹੀਂ ਹੈਗਾ ਇਹਦਾ ਮਤਲਬ ਉਹਨਾਂ ਕੋਲ ਸੋਰਸਿਸ ਕੀ ਹੁੰਦੇ ਆ? ਇੱਕ ਲਿਮਿਟਿਡ ਜੇ ਸੋਰਸਿਸ ਆ, ਜਿਹਦੇ ਵਿੱਚ ਉਹ ਆਪਣਾ ਸਾਰੇ ਦਾ ਸਾਰਾ ਕੰਮ ਕਰਦੇ ਆ, ਜਾਂ ਜਿਹਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਚਲਾਉਣਾ ਵੀ ਆ, ਇਕੋਨਮੀ ਵੀ ਦੇਖਣੀ ਆ, ਇਕੋਨਮੀ ਦੇ ਵਿੱਚ ਕੰਮ ਵੀ ਕਰਨੇ ਆ ਸਾਰੇ। ਹੁਣ ਜਿਹੜਾ ਇਨਵੈਸਟਮੈਂਟ ਆ, ਇਹਦਾ ਮਤਲਬ ਜਿਹੜੇ ਅੰਡਰ ਡਿਵੈਲਪ ਕੰਟਰੀ ਆ, ਕਿਉਂਕਿ ਉਹਨਾਂ ਕੋਲ ਇਨਵੈਸਟਮੈਂਟ ਲਿਮਿਟਿਡ ਹੁੰਦੀ ਹੈ, ਇਸ ਕਰਕੇ ਉਹਨਾਂ ਨੇ ਜਿੰਨੇ ਕੁ ਉਹਨਾਂ ਕੋਲ ਰਿਸੋਰਸਿਸ ਆ, ਉਹਨਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਯੂਜ਼ ਕਰਨਾ ਹੁੰਦਾ ਆ ਕਿ ਉਹਨਾਂ ਦੇ ਓਬਜੈਕਟਿਵਸ ਜਿਹੜੇ ਆ ਡਿਵੈਲਪਮੈਂਟ ਪਲਾਨ ਦੇ ਨਾਲ ਰਿਲੇਟਡ, ਉਹ ਸਾਰੇ ਪੂਰੇ ਵੀ ਹੋ ਜਾਣ ਜਾਂ ਮੈਕਸੀਮਾਈਜ਼ ਕਰ ਸਕਣ ਉਹਨਾਂ ਨੂੰ, ਜਿੰਨੇ ਵੀ ਓਬਜੈਕਟਿਵਸ ਉਹ ਸੋਚ ਕੇ ਬੈਠੇ ਆ। ਇਹਦਾ ਮਤਲਬ ਇਹ ਹੋਇਆ ਕਿ ਜੇ ਆਪਣੇ ਕੋਲ ਪੈਸੇ ਬੇਸ਼ੱਕ ਜਿੰਨੇ ਵੀ ਹੈਗੇ ਆ ਥੋੜ੍ਹੇ, ਉਸ ਪੈਸੇ ਦੇ ਵਿੱਚ ਆਪਾਂ ਘਰ ਨੂੰ ਕਿੱਦਾਂ ਚਲਾਉਣਾ, ਜਿੱਦਾਂ ਇੰਡੀਵਿਜੂਅਲ ਆਪਾਂ ਇੱਕ ਲੈ ਕੇ ਚੱਲਦੇ ਹਾਂ, ਕੋਈ ਵੀ ਬੰਦਾ ਆਪਣੀ ਲਿਮਿਟਿਡ ਇਨਕਮ ਦੇ ਵਿੱਚ ਮੈਕਸੀਮਮ ਯੂਟੀਲਾਈਜ਼ ਕਿੱਦਾਂ ਕਰ ਸਕਦਾ, ਉਹੀ ਇੱਕ ਚੀਜ਼ ਇਕੋਨਮੀ ਦੇ ਨਾਲ ਚੱਲਦੀ ਹੈ। ਅੱਛਾ, ਹੁਣ ਇਹਦੇ ਨਾ ਤੁਹਾਡੇ ਕੋਲ ਦੋ ਆਸਪੈਕਟਸ ਹੁੰਦੇ ਆ। ਇਹ ਕੈਪੀਟਲ ਫਾਰਮੇਸ਼ਨ ਨਾਲ ਰਿਲੇਟਡ ਕਹਿ ਲਓ, ਜਾਂ ਗੌਰਮੈਂਟ ਕੋ ਦੋ ਆਸਪੈਕਟਸ ਆ। ਪਹਿਲਾ ਆਸਪੈਕਟ ਕਿਹਨੂੰ ਡੀਲ ਕਰਦਾ ਆ ਕਿ ਕੈਪੀਟਲ ਫਾਰਮੇਸ਼ਨ ਦੀ ਪ੍ਰੋਬਲਮ ਨੂੰ ਦੂਰ ਕਿੱਦਾਂ ਕਰਨਾ ਹੈ। ਲੈਸ ਡਿਵੈਲਪ ਕੰਟਰੀ ਵਿੱਚ ਪਹਿਲਾ ਆਸਪੈਕਟ ਕੀ ਹੈ? ਪ੍ਰੋਬਲਮ ਆਫ ਕੈਪੀਟਲ ਫਾਰਮੇਸ਼ਨ। ਤੇ ਦੂਸਰਾ ਆਸਪੈਕਟ ਕੀ ਹੁੰਦਾ ਆ ਕਿ ਉਹਦੀ ਡਿਸਟਰੀਬਿਊਸ਼ਨ। ਸਮਝ ਲੱਗੀ? ਦੋ ਮੇਜਰ ਆਸਪੈਕਟਸ ਆ। ਪਹਿਲਾ ਹੈਗਾ ਆ ਪ੍ਰੋਬਲਮ ਆਫ ਕੈਪੀਟਲ ਫਾਰਮੇਸ਼ਨ, ਦੂਜਾ ਹੈਗਾ ਡਿਸਟਰੀਬਿਊਸ਼ਨ ਆਫ ਕੈਪੀਟਲ ਫਾਰਮੇਸ਼ਨ। ਇੱਥੇ ਜਦੋਂ ਵੀ ਮੈਂ ਕੈਪੀਟਲ ਫਾਰਮੇਸ਼ਨ ਦੀ ਗੱਲ ਕਰੂੰਗਾ, ਇਹਦਾ ਮਤਲਬ ਉਹ ਕਾਹਦੀ ਗੱਲ ਕਰਦੇ ਪਏ ਆਪਾਂ? ਇਨਵੈਸਟਮੈਂਟ ਦੀ। ਅੱਛਾ, ਕੈਪੀਟਲ ਫਾਰਮੇਸ਼ਨ ਜਾਂ ਇਨਵੈਸਟਮੈਂਟ ਲਈ ਸਰਕਾਰ ਕੀ ਕਰ ਸਕਦੀ ਆ? ਸੇਵਿੰਗਸ ਨੂੰ ਇਨਕਰੀਜ਼ ਕਰ ਸਕਦੀ ਹੈ। ਸੇਵਿੰਗਸ ਇਨਕਰੀਜ਼ ਕਰਨਗੇ ਤੇ ਕੀ ਹੋਏਗਾ? ਇਨਵੈਸਟਮੈਂਟ ਇਨਕਰੀਜ਼ ਹੋਏਗੀ। ਇਨਵੈਸਟਮੈਂਟ ਇਨਕਰੀਜ਼ ਹੋਏਗੀ ਤੇ ਕੈਪੀਟਲ ਫਾਰਮੇਸ਼ਨ ਦੀ ਪ੍ਰੋਬਲਮ ਕਿਸੇ ਹੱਦ ਤੱਕ ਥੋੜ੍ਹੀ ਬਹੁਤੀ ਤੇ ਸੋਲਵ ਹੋ ਜਾਏਗੀ ਇਹਦੇ ਨਾਲ। ਕਲੀਅਰ ਹੈ? ਅੱਛਾ, ਦੂਜੇ ਪਾਸੇ ਇੱਕ ਹੋਰ ਇਹ ਆਸਪੈਕਟ ਹੈਗਾ ਆ, ਉਹ ਆਸਪੈਕਟ ਕਿਹੜਾ ਆ? ਪ੍ਰੋਬਲਮ ਆਫ ਕੈਪੀਟਲ ਡਿਸਟਰੀਬਿਊਸ਼ਨ ਆਫ ਇਨਵੈਸਟਮੈਂਟ। ਜਾਂ ਜਿਹੜਾ ਪੈਸਾ ਤੁਸੀਂ ਇਕੱਠਾ ਕੀਤਾ, ਹੁਣ ਤੁਸੀਂ ਡਿਸਟਰੀਬਿਊਟ ਕਿੱਦਾਂ ਕਰਨਾ ਹੈ? ਉਸ ਇਨਵੈਸਟਮੈਂਟ ਰਿਸੋਰਸਿਸ ਦੀ ਡਿਸਟਰੀਬਿਊਸ਼ਨ, ਸੂਟੇਬਲ ਡਿਸਟਰੀਬਿਊਸ਼ਨ, ਜਿਹਨੂੰ ਆਪਾਂ ਐਪਰੋਪ੍ਰੀਏਟ ਵੀ ਵਰਡ ਯੂਜ਼ ਕਰਦੇ ਹਾਂ, ਉਹ ਜਿਹੜੀ ਡਿਸਟਰੀਬਿਊਸ਼ਨ ਆ, ਉਹਨੂੰ ਅਲਟਰਨੇਟਿਵ ਯੂਜ਼ਿਸ ਦੇ ਵਿੱਚ ਇਨਵੈਸਟਮੈਂਟ ਨੂੰ ਕਿੱਦਾਂ ਯੂਜ਼ ਕਰਨਾ ਆ, ਇਹਦੇ ਲਈ ਕਾਫੀ ਇਕੋਨੋਮਿਸਟ ਨੇ ਅਲੱਗ-ਅਲੱਗ ਕ੍ਰਾਈਟੇਰੀਆ ਦਿੱਤੇ ਆ। ਇਹੀ ਚੀਜ਼ ਨੂੰ ਆਪਾਂ ਕੀ ਕਹਿੰਦੇ ਪਏ ਆ? ਇਨਵੈਸਟਮੈਂਟ ਕ੍ਰਾਈਟੇਰੀਆ। ਗੱਲ ਸਮਝ ਲੱਗੀ? ਅਨਡਿਵੈਲਪ ਕੰਟਰੀ ਕੋਲ ਪੈਸਾ ਘੱਟ ਹੁੰਦਾ ਆ, ਇਸ ਕਰਕੇ ਜਿਹੜਾ ਉਹ ਲਿਮਿਟਿਡ ਸੋਰਸਿਸ ਹੁੰਦੇ ਉਹਦੇ ਕੋਲ ਇਨਵੈਸਟਮੈਂਟ ਦੇ, ਉਹਨਾਂ ਲਿਮਿਟਿਡ ਸੋਰਸਿਸ ਨੂੰ ਉਹ ਕਿਸ ਤਰ੍ਹਾਂ ਯੂਜ਼ ਕਰੇ ਕਿ ਉਹਨੂੰ ਉਹਦੇ ਨਾਲੋਂ ਕੀ ਮਿਲੇ? ਮੈਕਸੀਮਮ ਉਹਦੇ ਡਿਵੈਲਪਮੈਂਟ ਓਬਜੈਕਟਿਵਸ ਜਿਹੜੇ ਆ ਉਹ ਕਵਰ ਹੋ ਜਾਣ। ਇਹਦੇ ਲਈ ਅੰਡਰਡਿਵੈਲਪ ਇਕੋਨਮੀਜ਼ ਦੋ ਆਸਪੈਕਟਸ ਨੂੰ ਲੈ ਕੇ ਚੱਲਦੀ ਆ। ਪਹਿਲਾ ਆਸਪੈਕਟ ਹੁੰਦਾ ਹੈ ਤੁਹਾਡੇ ਕੋਲ ਕੈਪੀਟਲ ਫਾਰਮੇਸ਼ਨ ਦੀ ਪ੍ਰੋਬਲਮ, ਤੇ ਦੂਜਾ ਆਸਪੈਕਟ ਹੁੰਦਾ ਆ ਉਹਦੀ ਡਿਸਟਰੀਬਿਊਸ਼ਨ। ਕੈਪੀਟਲ ਫਾਰਮੇਸ਼ਨ ਦੀ ਜਿਹੜੀ ਪ੍ਰੋਬਲਮ ਆ, ਉਹਨੂੰ ਦੂਰ ਕਰਨ ਲਈ ਉਹ ਸੇਵਿੰਗ ਇਨਕਰੀਜ਼ ਕਰਦੀ ਆ। ਸੇਵਿੰਗ ਵਧੂਗੀ ਤੇ ਨੈਚੁਰਲੀ ਇਨਵੈਸਟਮੈਂਟ ਇਨਕਰੇਜ ਹੋਏਗੀ, ਕਿਉਂਕਿ ਪੈਸਾ ਇੰਟਰਪ੍ਰੇਨਰ ਨੂੰ ਮਿਲਣਾ ਸ਼ੁਰੂ ਹੋ ਜਾਂਦਾ। ਹੁਣ ਜਦੋਂ ਉਹ ਪੈਸਾ ਮਿਲ ਗਿਆ, ਉਸ ਤੋਂ ਬਾਅਦ ਉਹ ਜਿਹੜੇ ਰਿਸੋਰਸਿਸ ਆ, ਇਨਵੈਸਟਮੈਂਟ ਰਿਸੋਰਸਿਸ ਆ, ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਡਿਸਟਰੀਬਿਊਟ ਕਰਨਾ ਆ, ਯਾਨੀ ਕਿ ਕਿਹੜੇ ਸੈਕਟਰ ਨੂੰ ਪ੍ਰਾਇਓਰਿਟੀ ਦੇਣੀ ਹੈ, ਕਿਹੜੇ ਸੈਕਟਰ ਨੂੰ ਪ੍ਰਾਇਓਰਿਟੀ ਨਹੀਂ ਦੇਣੀ, ਕਿਹੜੇ ਸੈਕਟਰ ਦੇ ਵਿੱਚ ਪੈਸਾ ਪਹਿਲਾਂ ਲੱਗਣਾ ਚਾਹੀਦਾ, ਕਿਹੜੇ ਸੈਕਟਰ ਦੇ ਵਿੱਚ ਪੈਸਾ ਬਾਅਦ ਵਿੱਚ ਲੱਗਣਾ ਚਾਹੀਦਾ। ਇਹ ਜਿਹੜੀ ਚੀਜ਼ ਆ, ਇਹ ਸਾਰੀ ਅਲੱਗ-ਅਲੱਗ ਇਕੋਨੋਮਿਸਟ ਨੇ ਅਲੱਗ-ਅਲੱਗ ਤਰੀਕੇ ਨਾਲ ਡਿਸਕਸ ਕੀਤੀ ਆ। ਇਸ ਚੀਜ਼ ਨੂੰ ਹੀ ਕਹਿੰਦੇ ਆਪਾਂ, ਇਸ ਚੀਜ਼ ਨੂੰ ਕਹਿੰਦੇ ਆ ਇਨਵੈਸਟਮੈਂਟ ਕ੍ਰਾਈਟੇਰੀਆ। ਕਲੀਅਰ ਹੈ? ਇਹ ਤੇ ਹੈਗੀ ਸੀ ਇਹਦੀ ਇੰਟਰੋਡਕਸ਼ਨ। ਅੱਛਾ, ਉਸ ਤੋਂ ਬਾਅਦ ਤੁਸੀਂ ਇਨਵੈਸਟਮੈਂਟ ਕ੍ਰਾਈਟੇਰੀਆ ਦੀ ਇੱਕ ਪ੍ਰੋਫੈਸਰ ਮਾਇਰ ਨੇ ਡੈਫੀਨੇਸ਼ਨ ਦਿੱਤੀ ਆ।
ਉਹ ਡੈਫੀਨੇਸ਼ਨ ਦੇ ਅਕੋਰਡਿੰਗਲੀ ਐਕਚੁਅਲੀ ਹੈ ਕੀ ਆ, ਇੱਕ ਇਨਵੈਸਟਮੈਂਟ ਕ੍ਰਾਈਟੇਰੀਆ ਰੈਫਰਸ ਟੂ ਦਾ ਪ੍ਰੋਬਲਮ ਆਫ ਡਿਟਰਮਿਨਿੰਗ ਦਾ ਬੈਸਟ ਯੂਟੀਲਾਈਜੇਸ਼ਨ ਆਫ ਇਨਵੈਸਟਮੈਂਟ। ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰ ਚੁੱਕਾ ਹਾਂ ਕਿ ਇਨਵੈਸਟਮੈਂਟ ਕ੍ਰਾਈਟੇਰੀਆ ਕੀ ਹੁੰਦੀ ਆ, ਬੈਸਟ ਯੂਟੀਲਾਈਜੇਸ਼ਨ ਆਫ ਇਨਵੈਸਟਮੈਂਟ ਰਿਸੋਰਸਿਸ ਟੂ ਮਿਨੀਮਾਈਜ਼ ਕੈਪੀਟਲ ਇੰਟੈਂਸਿਟੀ ਜਾਂ ਸੋਸ਼ਲ ਮਾਰਜਨਲ ਪ੍ਰੋਡਕਟਿਵਿਟੀ। ਇਹ ਤਾਂ ਉਹਦੀ ਡੈਫੀਨੇਸ਼ਨ ਦਾ ਅਗਲਾ ਹਿੱਸਾ ਆ। ਤੁਸੀਂ ਜੇ ਇੰਨੇ ਹਿੱਸੇ ਨੂੰ ਵੀ ਫੋਕਸ ਕਰੋ, ਬੈਸਟ ਯੂਟੀਲਾਈਜੇਸ਼ਨ ਆਫ ਇਨਵੈਸਟਮੈਂਟ ਰਿਸੋਰਸਿਸ ਟੂ ਮਿਨੀਮਾਈਜ਼ ਕੈਪੀਟਲ ਇੰਟੈਂਸਿਟੀ, ਆਪਾਂ ਥੋੜ੍ਹੇ ਜਿਹੇ ਪੈਸੇ ਦੇ ਵਿੱਚੋਂ ਬੈਸਟ ਕਿੱਦਾਂ ਲੈ ਸਕਦੇ ਹਾਂ, ਤਾਂ ਉਹ ਜਿਹੜਾ ਥੋੜ੍ਹਾ ਜਿਹਾ ਪੈਸਾ ਜਿਹਦੇ ਤੋਂ ਬੈਸਟ ਲਿਆ ਆ, ਜਿਹਦੇ ਨਾਲ ਕੀ ਹੋ ਜਾਵੇ, ਸੋਸ਼ਲ ਮਾਰਜਨਲ ਪ੍ਰੋਡਕਟਿਵਿਟੀ ਆਫ ਕੈਪੀਟਲ, ਇੱਕ ਯੂਨਿਟ ਕੈਪੀਟਲ ਦਾ ਲਗਾਉਣ ਦੇ ਨਾਲ ਆਪਾਂ ਨੂੰ ਉਹਦਾ ਮੈਕਸਿਮਮ ਬੈਨੀਫਿਟ ਮਿਲੇ। ਉਸ ਕ੍ਰਾਈਟੇਰੀਏ ਨੂੰ ਜਾਂ ਉਸ ਪ੍ਰੋਬਲਮ ਨੂੰ ਡਿਟਰਮਿਨ ਕਰਨ ਨੂੰ ਕੀ ਕਵਾਂਗੇ ਆਪਾਂ, ਇਨਵੈਸਟਮੈਂਟ ਕ੍ਰਾਈਟੇਰੀਆ। ਜਿਹੜੀ ਮੈਂ ਡੈਫੀਨੇਸ਼ਨ ਬੋਲ ਕੇ ਹਟਿਆ ਆ ਉਹ ਆ ਲਿਖੀ ਆ, ਇਨਵੈਸਟਮੈਂਟ ਕ੍ਰਾਈਟੇਰੀਆ ਇਜ਼ ਅ ਗਾਈਡ ਟੂ ਦਾ ਐਪਰੋਪ੍ਰੀਏਟ ਯੂਟੀਲਾਈਜੇਸ਼ਨ ਆਫ ਲਿਮਿਟਿਡ ਇਨਵੈਸਟਮੈਂਟ ਰਿਸੋਰਸਿਸ। ਮੇਰੇ ਖਿਆਲ ਨਾਲ ਤੁਹਾਨੂੰ ਗੱਲ ਤੇ ਸਮਝ ਲੱਗ ਗਈ ਹੋਣੀ ਹੈ ਜੋ ਮੈਂ ਪਹਿਲਾਂ ਗੱਲ ਕਰਕੇ ਹਟਿਆ ਹੈ। ਇਹਦੇ ਨਾਲ ਹੀ ਇਹ ਅਲੱਗ-ਅਲੱਗ ਡੈਫੀਨੇਸ਼ਨਸ ਆ। ਇੱਕ ਮੇਅਰ ਤੇ ਬੈਲਡਵਿਨ ਦੀ ਡੈਫੀਨੇਸ਼ਨ ਹੈ, ਇਟ ਇਜ਼ ਡਿਫਿਕਲਟ ਟੂ ਐਸਟੈਬਲਿਸ਼ ਦ ਸੈਟਿਸਫੈਕਟਰੀ ਕ੍ਰਾਈਟੇਰੀਆ ਫਾਰ ਦ ਬੈਸਟ ਐਲੋਕੇਸ਼ਨ ਆਫ ਇਨਵੈਸਟਮੈਂਟ ਬਿਕੋਜ਼ ਅਲਟਰਨੇਟਿਵ ਇਨਵੈਸਟਮੈਂਟ ਕ੍ਰਾਈਟੇਰੀਆ ਵਿਲ ਅਫੈਕਟ ਟੋਟਲ ਆਊਟਪੁੱਟ। ਦੇਖੋ ਅਲੱਗ-ਅਲੱਗ ਚੀਜ਼ਾਂ ਆ, ਕਈ ਇਨਵੈਸਟਮੈਂਟ ਕ੍ਰਾਈਟੇਰੀਏ ਟੋਟਲ ਆਊਟਪੁੱਟ ਨੂੰ ਅਫੈਕਟ ਕਰਦੇ ਆ, ਕਈ ਇਨਵੈਸਟਮੈਂਟ ਕ੍ਰਾਈਟੇਰੀਆ ਟੋਟਲ ਆਊਟਪੁੱਟ ਨੂੰ ਪੀਰੀਅਡ ਆਫ ਟਾਈਮ ਦੇ ਉੱਤੇ ਅਫੈਕਟ ਕਰਦੇ ਆ ਜਾਂ ਮੈਕਸੀਮਾਈਜ਼ ਕਰਦੇ ਆ, ਪਰ ਕਈ ਇਹੋ ਜਿਹੇ ਵੀ ਹੈਗੇ ਆ ਜਿਹੜੇ ਆਊਟਪੁੱਟ ਨੂੰ ਮੈਕਸੀਮਾਈਜ਼ ਕਰਦੇ ਆ ਡਿਫਰੈਂਟ ਟਾਈਮ ਪੀਰੀਅਡਸ ਦੇ ਉੱਤੇ। ਇੱਕ ਗਿਵਨ ਪੀਰੀਅਡ ਆਫ ਟਾਈਮ ਹੈ, ਇੱਕ ਡਿਫਰੈਂਟ ਪੀਰੀਅਡ ਆਫ ਟਾਈਮ ਹੈ। ਇਹ ਧਿਆਨ ਰੱਖਿਓ, ਜਿਹੜਾ ਗਿਵਨ ਪੀਰੀਅਡ ਆਫ ਟਾਈਮ ਹੈ ਇਹ ਕ੍ਰੋਸ ਸੈਕਸ਼ਨਲ ਡਾਟੇ ਨੂੰ ਰੈਫਰ ਕਰਦਾ, ਜਿਹੜਾ ਡਿਫਰੈਂਟ ਪੀਰੀਅਡ ਆਫ ਟਾਈਮ ਆ ਇਹ ਟਾਈਮ ਸੀਰੀਜ਼ ਡਾਟੇ ਨੂੰ ਰੈਫਰ ਕਰਦਾ ਹੈ। ਅਲੱਗ-ਅਲੱਗ ਕ੍ਰਾਈਟੇਰੀਏ ਆ, ਟੋਟਲ ਆਊਟਪੁੱਟ ਨੂੰ ਅਫੈਕਟ ਕਈ ਕਰਦੇ ਆ, ਕਈ ਟੋਟਲ ਆਊਟਪੁੱਟ ਨੂੰ ਗਿਵਨ ਪੁਆਇੰਟ ਆਫ ਟਾਈਮ ਤੇ ਅਫੈਕਟ ਕਰ ਰਹੇ ਆ ਜਾਂ ਮੈਕਸੀਮਾਈਜ਼ ਕਰ ਰਹੇ ਆ, ਕਈ ਡਿਫਰੈਂਟ ਟਾਈਮਸ ਆਫ ਪੀਰੀਅਡ ਤੇ ਅਫੈਕਟ ਕਰਦੇ ਪਏ ਆ ਜਾਂ ਰੈਲੇਵੈਂਟ ਆ। ਇਹਦਾ ਮਤਲਬ ਜਿਹੜੇ ਟਾਈਮ ਪੀਰੀਅਡ ਨਾਲ ਚੱਲਦੇ ਆ ਉਹ ਲੌਂਗ ਪੀਰੀਅਡ 'ਚ ਕੰਮ ਕਰ ਰਹੇ ਆ, ਜ਼ਿਆਦਾ ਟਾਈਮ ਲਈ ਕੰਮ ਕਰਦੇ। ਜਿਹੜਾ ਕ੍ਰੋਸ ਸੈਕਸ਼ਨ ਡਾਟਾ ਆ ਗਿਵਨ ਪੀਰੀਅਡ ਆਫ ਟਾਈਮ, ਇਹ ਸਿਰਫ ਥੋੜ੍ਹੀ ਦੇਰ ਲਈ ਕੰਮ ਕਰ ਰਿਹਾ ਹੈ, ਉਸ ਟਾਈਮ ਪੀਰੀਅਡ ਲਈ ਕੰਮ ਕਰ ਰਿਹਾ ਹੈ। ਡਿਪੈਂਡ ਕਰਦਾ ਹੈ, ਇਹ ਨਹੀਂ ਕਿ ਇੰਪੋਰਟੈਂਟ ਇਕੱਲਾ ਡਿਫਰੈਂਟ ਪੀਰੀਅਡ ਆਫ ਟਾਈਮ ਹੈ, ਦੋਨੇ ਹੀ ਟਾਈਮ ਪੀਰੀਅਡ ਇਕੁਅਲੀ ਇੰਪੋਰਟੈਂਟ ਹੁੰਦੇ ਆ। ਜੇ ਤੁਹਾਡੀ ਇਕੋਨੋਮੀ ਇਸ ਵੇਲੇ ਡਿਪਰੈਸ਼ਨ 'ਚ ਚੱਲਦੀ ਹੋਵੇ, ਉਸ ਵੇਲੇ ਗਿਵਨ ਪੁਆਇੰਟ ਆਫ ਟਾਈਮ ਦੇ ਉੱਪਰ ਤੁਹਾਨੂੰ ਜਿਹੜਾ ਉਹਨੂੰ ਬਾਹਰ ਕੱਢਣ ਲਈ ਤਰੀਕੇ ਚਾਹੀਦੇ ਆ, ਉੱਥੇ ਉਹ ਵਾਲਾ ਬੈਨੀਫੀਸ਼ੀਅਲ ਹੈ। ਜੇ ਤੁਹਾਡੀ ਇਕੋਨੋਮੀ ਲੌਂਗ ਟਰਮ ਪ੍ਰੋਸੈਸ ਦੇ ਵਿੱਚ ਆਪਾਂ ਲੈ ਕੇ ਜਾਣੀ, ਅਗਲੇ 10 ਸਾਲ ਆਪਾਂ ਆਪਣੀ ਇਕੋਨੋਮੀ ਨੂੰ ਚੁੱਕਣਾ, ਇਨਵੈਸਟਮੈਂਟ ਦੇ ਯੂਜ਼ ਮੈਕਸਿਮਮ ਕਰਨੇ ਆ, ਫਿਰ ਆਪਾਂ ਨੂੰ ਡਿਫਰੈਂਟ ਟਾਈਮ ਪੀਰੀਅਡ ਵਾਲਾ ਬੈਨੀਫੀਸ਼ੀਅਲ ਹੋਏਗਾ। ਕਲੀਅਰ ਆ? ਇਹਦਾ ਮਤਲਬ ਇਹ ਨਹੀਂ ਹੈ ਕਿ ਕ੍ਰੋਸ ਸੈਕਸ਼ਨ ਨਹੀਂ ਚਾਹੀਦਾ ਜਾਂ ਟਾਈਮ ਪੀਰੀਅਡ ਚਾਹੀਦਾ ਹੈ। ਕਲੀਅਰ? ਹੁਣ ਇਹਦਾ ਮਤਲਬ ਟਾਈਮ ਜਿਹੜੀ ਇਨਵੈਸਟਮੈਂਟ ਹੈ ਉਹ ਇਕੱਲੀ ਟੋਟਲ ਆਊਟਪੁੱਟ ਨੂੰ ਇਫੈਕਟ ਨਹੀਂ ਕਰਦੀ, ਬਲਕਿ ਸਪਲਾਈ ਅਤੇ ਡਿਸਟਰੀਬਿਊਸ਼ਨ ਆਫ ਲੇਬਰ ਫੋਰਸ, ਸੋਸ਼ਲ ਅਤੇ ਕਲਚਰਲ ਕੰਡੀਸ਼ਨਸ, ਗਰੋਥ ਐਂਡ ਕੁਆਲਿਟੀ ਆਫ ਪਾਪੂਲੇਸ਼ਨ, ਟੇਸਟ ਐਂਡ ਟੈਕਨੋਲੋਜੀਕਲ ਪ੍ਰੋਗਰੈਸ, ਇਹਨਾਂ ਸਾਰੀਆਂ ਚੀਜ਼ਾਂ ਨੂੰ ਇਫੈਕਟ ਕਰਦੀ ਹੈ। ਕਲੀਅਰ ਆ? ਇਕੱਲੀ ਟੋਟਲ ਆਊਟਪੁੱਟ ਨੂੰ ਇਫੈਕਟ ਨਹੀਂ ਕਰਦੀ ਇਨਵੈਸਟਮੈਂਟ, ਸਪਲਾਈ, ਲੇਬਰ ਫੋਰਸ, ਸੋਸ਼ਲ ਅਤੇ ਕਲਚਰਲ ਕੰਡੀਸ਼ਨਸ, ਕੁਆਲਿਟੀ ਆਫ ਪਾਪੂਲੇਸ਼ਨ, ਟੇਸਟ ਅਤੇ ਟੈਕਨੋਲੋਜੀਕਲ ਪ੍ਰੈਫਰੈਂਸਿਸ 'ਤੇ ਵੀ ਡਿਪੈਂਡ ਕਰਦੀ ਹੈ। ਕਲੀਅਰ ਆ? ਇਹਦੇ ਨਾਲ ਆਪਣੇ ਹੁਣ ਕ੍ਰਾਈਟੇਰੀਆ ਸ਼ੁਰੂ ਹੋ ਗਏ। ਟਾਈਪਸ ਆਫ ਇਨਵੈਸਟਮੈਂਟ ਕ੍ਰਾਈਟੇਰੀਆ, ਟੋਟਲ 6 ਕ੍ਰਾਈਟੇਰੀਆ ਤੁਹਾਨੂੰ ਮਿਲਣੇ ਆ ਆਪਣੀ ਬੁੱਕ ਦੇ ਅਕੋਰਡਿੰਗਲੀ। ਇਹਨਾਂ 6 ਨੂੰ ਆਪਾਂ 1 ਬਾਏ 1 ਪੜ੍ਹਨਾ ਹੈ। ਸਭ ਤੋਂ ਪਹਿਲਾਂ ਹੈਗਾ ਸੋਸ਼ਲ ਮਾਰਜਨਲ ਪ੍ਰੋਡਕਟਿਵਿਟੀ ਕ੍ਰਾਈਟੇਰੀਆ। ਸੈਕੰਡ ਹੈਗਾ ਕ੍ਰਾਈਟੇਰੀਆ ਆਫ ਇਨਵੈਸਟਮੈਂਟ, ਇਹਦੇ ਨਾਮ 3-4 ਆ। ਕ੍ਰਾਈਟੇਰੀਆ ਆਫ ਇਨਵੈਸਟਮੈਂਟ ਫਾਰ ਐਕਸਲਰੇਟਡ ਗਰੋਥ ਔਰ ਰੀਇਨਵੈਸਟਮੈਂਟ ਕ੍ਰਾਈਟੇਰੀਆ, ਹੋਰ ਆਉਣਗੇ ਤਾਂ ਅੱਗੇ ਤੁਹਾਨੂੰ ਦੱਸ ਦਾਂਗਾ ਮੈਂ। ਇੱਕ ਹੈਗਾ ਇਨਵੈਸਟਮੈਂਟ ਫਾਰ ਐਕਸਲਰੇਟਡ ਗਰੋਥ ਔਰ ਰੀਇਨਵੈਸਟਮੈਂਟ ਕ੍ਰਾਈਟੇਰੀਆ। ਥਰਡ ਹੈਗਾ ਕੈਪੀਟਲ ਟਰਨਓਵਰ ਕ੍ਰਾਈਟੇਰੀਆ। ਫੋਰਥ ਹੈਗਾ ਆ ਟਾਈਮ ਫੈਕਟਰ ਕ੍ਰਾਈਟੇਰੀਆ। ਫਿਫਥ ਹੈਗਾ ਆ ਇਨਵੈਸਟਮੈਂਟ ਕ੍ਰਾਈਟੇਰੀਆ ਟੂ ਕੰਟਰੋਲ ਸਪੈਸੀਫਿਕ ਪ੍ਰੋਬਲਮਸ, ਅਤੇ ਸਿਕਸਥ ਹੈਗਾ ਆ ਇੰਪਲਾਇਮੈਂਟ ਐਬਜ਼ੋਰਪਸ਼ਨ ਕ੍ਰਾਈਟੇਰੀਆ। ਅੱਛਾ, ਇਹ ਸਾਰੇ ਕ੍ਰਾਈਟੇਰੀਆ ਅਲੱਗ-ਅਲੱਗ ਆ। ਕੋਈ ਕ੍ਰਾਈਟੇਰੀਆ ਇਹਨਾਂ ਵਿੱਚੋਂ ਲੇਬਰ ਸੇਵਿੰਗ ਟੈਕਨੀਕਸ ਨੂੰ ਪ੍ਰੈਫਰ ਕਰਦਾ ਆ, ਕੋਈ ਕੈਪੀਟਲ ਇੰਟੈਂਸਿਵ ਟੈਕਨੀਕਸ ਨੂੰ ਪ੍ਰੈਫਰ ਕਰ ਰਿਹਾ ਹੈ। ਇਸ ਕਰਕੇ ਅਲੱਗ-ਅਲੱਗ ਕ੍ਰਾਈਟੇਰੀਆ ਉਹਦੇ ਅਕੋਰਡਿੰਗਲੀ ਹਰ ਇਕੋਨੋਮਿਸਟ ਨੇ ਆਪਣੇ ਹਿਸਾਬ ਨਾਲ ਇਹਨਾਂ ਨੂੰ ਚਲਾਇਆ ਹੈ। ਸਭ ਤੋਂ ਪਹਿਲਾਂ ਆਪਾਂ ਜਿਹੜਾ ਪੜ੍ਹਨਾ ਆ ਉਹ ਕਿਹੜਾ ਆ, ਸੋਸ਼ਲ ਮਾਰਜਨਲ ਪ੍ਰੋਡਕਟਿਵਿਟੀ ਕ੍ਰਾਈਟੇਰੀਆ। ਕਲੀਅਰ ਹੈ? ਇੱਥੋਂ ਹੁਣ ਆਪਾਂ ਸ਼ੁਰੂ ਕਰਨ ਲੱਗੇ ਹਾਂ। ਸੋਸ਼ਲ ਮਾਰਜਨਲ ਪ੍ਰੋਡਕਟਿਵਿਟੀ ਕ੍ਰਾਈਟੇਰੀਆ, ਜਿਹੜਾ ਇਹ ਪ੍ਰੋਡਕਟਿਵਿਟੀ ਕ੍ਰਾਈਟੇਰੀਆ ਆ, ਇਹ ਆਪਾਂ ਨੂੰ ਏ ਕਾਹਨ ਤੇ ਬੀ ਚੈਨਰੀ, ਤੁਸੀਂ ਨਾਮ ਸੁਣੇ ਹੋਣੇ ਆ ਲਿਖੇ ਵੀ ਆ, ਕਾਹਨ ਤੇ ਬੀ ਚੈਨਰੀ, ਇਹਨਾਂ ਦੋਨਾਂ ਨੇ ਇਹ ਕ੍ਰਾਈਟੇਰੀਆ ਦਿੱਤਾ ਸੀ।
ਇਹਦੇ ਵਿੱਚ ਕੀ ਸੀ, ਇਹ ਕ੍ਰਾਈਟੇਰੀਆ ਵੀ ਕੀ ਕਹਿੰਦਾ ਆ ਕਿ ਇਨਵੈਸਟਮੈਂਟ ਦੀ ਐਲੋਕੇਸ਼ਨ ਕਿੱਦਾਂ ਕਰੀਏ ਤਾਂ ਕਿ ਉਹਦੀ ਜਿਹੜੀ ਮਾਰਜਨਲ ਪ੍ਰੋਡਕਟਿਵਿਟੀ ਆਫ ਇਨਵੈਸਟਮੈਂਟ ਹੈ ਉਹ ਮੈਕਸਿਮਮ ਹੋ ਸਕੇ। ਜਾਂ ਇੱਕ ਗੱਲ ਹੋਰ ਵੀ ਕਹਿੰਦੇ ਪਏ ਆ ਕਿ ਮਾਰਜਨਲ ਪ੍ਰੋਡਕਟਿਵਿਟੀ ਆਫ ਇਨਵੈਸਟਮੈਂਟ ਇਹਦੇ ਅਲਟਰਨੇਟਿਵ ਯੂਜ਼ਸ ਦੇ ਵਿੱਚ ਕੀ ਹੋ ਜਾਵੇ, ਇਕੁਅਲ ਹੋ ਜਾਵੇ। ਇਸ ਤਰ੍ਹਾਂ ਇਹਨੂੰ ਯੂਜ਼ ਕਰਨ ਦਾ ਤਰੀਕਾ ਜਿਹੜਾ ਆ ਉਹ ਇਹਨਾਂ ਨੇ ਗੱਲ ਕੀਤੀ। ਇਟ ਸਟੇਟਸ ਦੈਟ ਦਾ ਐਫੀਸ਼ੀਐਂਟ ਐਲੋਕੇਸ਼ਨ ਆਫ ਇਨਵੈਸਟਮੈਂਟ ਨੂੰ ਇੱਦਾਂ ਐਲੋਕੇਟ ਕੀਤਾ ਜਾਵੇ ਤਾਂ ਜੋ ਜਿਹੜਾ ਮਾਰਜਨਲ ਪ੍ਰੋਡਕਟਿਵਿਟੀ ਆਫ ਇਨਵੈਸਟਮੈਂਟ ਇਨ ਇਟਸ ਅਲਟਰਨੇਟਿਵ ਯੂਜ਼ਸ ਇਕੁਏਟ ਹੋ ਸਕਣ। ਇਹ ਇਹਦੀ ਹੈਗੀ ਆ ਸੋਸ਼ਲ ਮਾਰਜਨਲ ਪ੍ਰੋਡਕਟਿਵਿਟੀ। ਕੀ ਡਿਫਾਈਨ ਕਰਦੇ ਆ? ਟੋਟਲ ਨੈਟ ਕੰਟਰੀਬਿਊਸ਼ਨ ਆਫ ਦਾ ਮਾਰਜਨਲ ਪ੍ਰੋਡਕਟ ਟੂ ਇਨਵੈਸਟਮੈਂਟ ਟੂ ਨੈਸ਼ਨਲ ਪ੍ਰੋਡਕਟ। ਇਹ ਡੈਫੀਨੇਸ਼ਨ ਹੈ, ਜਸਟ ਯਾਦ ਰੱਖਿਓ ਬਸ। ਅੱਛਾ, ਇਸ ਜਿਹੜਾ ਇਹ ਕ੍ਰਾਈਟੇਰੀਆ ਆ ਇਹ ਮੇਨ ਕੰਮ ਕੀ ਕਰਦਾ ਪਿਆ ਹੈ? ਇਹ ਕ੍ਰਾਈਟੇਰੀਆ ਦਾ ਇੱਕੋ ਹੀ ਯੂਜ਼ ਆ, ਉਹ ਇਹ ਆ ਕਿ ਆਪਾਂ ਇਨਵੈਸਟਮੈਂਟ ਰਿਸੋਰਸਿਸ ਨੂੰ ਯੂਟਿਲਾਈਜ਼ ਕਰੀਏ ਤਾਂ ਕਿ ਆਪਾਂ ਨੂੰ ਸੋਸ਼ਲ ਮਾਰਜਨਲ ਪ੍ਰੋਡਕਟਿਵਿਟੀ ਮੈਕਸਿਮਮ ਮਿਲੇ। ਫਿਰ ਸਮਝ ਲਓ, ਇਨਵੈਸਟਮੈਂਟ ਰਿਸੋਰਸਿਸ ਨੂੰ ਇੱਦਾਂ ਯੂਜ਼ ਕਰਨਾ ਚਾਹੀਦਾ ਜਾਂ ਇੱਦਾਂ ਯੂਟਿਲਾਈਜ਼ ਕਰਨਾ ਚਾਹੀਦਾ ਤਾਂ ਕਿ ਸੋਸ਼ਲ ਮਾਰਜਨਲ ਪ੍ਰੋਡਕਟਿਵਿਟੀ ਕੀ ਹੋ ਸਕੇ? ਮੈਕਸਿਮਮ। ਇੱਕ ਛੋਟੀ ਜਿਹੀ ਚੀਜ਼, ਤੁਸੀਂ 1 ਰੁਪਈਆ ਲਾਇਆ, ਉਹਦੇ ਤੋਂ ਵੱਧ ਕਿੰਨਾ ਬੈਨੀਫਿਟ ਲੈ ਸਕਦੇ ਹੋ, ਉਹ ਇੱਕ ਆਪਾਂ ਇਹੀ ਕਰਾਂਗੇ। ਆਪਾਂ ਦੁਕਾਨ ਦੇ ਵਿੱਚ ਕੰਮ ਕਰਦੇ ਪਏ ਹਾਂ ਜਾਂ ਆਪਾਂ ਆਪਣੀ ਇਨਵੈਸਟਮੈਂਟ ਕੀਤੀ ਹੈ ਕਿਸੇ ਸ਼ਾਪ ਦੇ ਵਿੱਚ, ਆਪਣੀ ਕੋਸ਼ਿਸ਼ ਕੀ ਹੁੰਦੀ ਹੈ ਕਿ ਆਪਾਂ ਉਹਨੂੰ ਇਸ ਤਰ੍ਹਾਂ ਆਪਣੀ ਇਨਵੈਸਟਮੈਂਟ ਨੂੰ ਘੁਮਾਈਏ ਕਿ ਆਪਾਂ ਨੂੰ ਉਹਦਾ ਬੈਨੀਫਿਟ ਕੀ ਹੋਵੇ? ਮੈਕਸਿਮਮ ਹੋਵੇ। 1 ਰੁਪਈਆ ਜਿਹੜਾ ਲਾਸਟ ਰੁਪੀ ਤੁਸੀਂ ਸਪੈਂਡ ਕਰਦੇ ਪਏ ਹੋ, ਮਾਰਜਨਲ ਹੈ ਨਾ। ਮਾਰਜਨਲ ਵਰਡ ਦਾ ਮਤਲਬ ਇਹ ਹੈ ਚੇਂਜ ਇਨ ਟੋਟਲ। ਇਹਦਾ ਮਤਲਬ ਲਾਸਟ ਰੁਪੀ ਜਿਹੜਾ ਸਪੈਂਡ ਕਰਦੇ ਪਏ ਹੋ ਉਹ ਪਿਛਲੇ ਨਾਲੋਂ ਜ਼ਿਆਦਾ ਰਿਟਰਨ ਦੇਵੇ। ਉੱਥੇ ਸੋਸ਼ਲ ਮਾਰਜਨਲ ਪ੍ਰੋਡਕਟਿਵਿਟੀ ਕੀ ਹੋਊਗੀ? ਮੈਕਸਿਮਮ। ਕਲੀਅਰ ਹੈ? 5 ਰੁਪਈਏ ਲਾਏ, ਆਪਾਂ ਨੂੰ ਪ੍ਰੋਫਿਟ ਹੁੰਦਾ ਪਿਆ 15 ਰੁਪਈਏ, ਜਾਂ 5ਵੇਂ ਰੁਪਈਏ ਤੇ ਪ੍ਰੋਫਿਟ ਹੁੰਦਾ ਪਿਆ 15 ਰੁਪਈਏ। 6ਵੇਂ ਤੇ ਹੋ ਗਿਆ, ਆਪਾਂ 6ਵਾਂ ਰੁਪਈਆ ਇੱਕ ਹੋਰ ਲਾਇਆ, ਉੱਤੇ ਪ੍ਰੋਫਿਟ ਹੋ ਗਿਆ 20 ਰੁਪਈਏ। ਦਾ ਮਤਲਬ ਹਜੇ ਵੀ ਆਪਣੇ ਕੋਲ ਮਾਰਜਨਲ ਪ੍ਰੋਡਕਟਿਵਿਟੀ ਮੈਕਸਿਮਮ ਹੋਣ ਦੇ ਚਾਂਸਿਸ ਹੈਗੇ ਆ। ਉਦੋਂ ਤੱਕ ਇਨਵੈਸਟਮੈਂਟ ਲਾਓ ਤੇ ਇਸ ਤਰ੍ਹਾਂ ਲਗਾਓ ਤਾਂ ਕਿ ਤੁਹਾਡੀ ਜਿਹੜੀ ਮਾਰਜਨਲ ਪ੍ਰੋਡਕਟਿਵਿਟੀ ਆ ਉਹ ਮੈਕਸਿਮਮ ਹੋ ਸਕੇ। ਜਿਹੜਾ ਵੀ ਤੁਸੀਂ ਇਨਵੈਸਟਮੈਂਟ ਰਿਸੋਰਸਿਸ ਨੂੰ ਯੂਟਿਲਾਈਜ਼ ਕਰਦੇ ਪਏ ਹੋ ਜਾਂ ਐਲੋਕੇਟ ਕਰਦੇ ਪਏ ਹੋ। ਕਲੀਅਰ ਹੈ? ਹੁਣ ਇਹਦੇ ਅੱਗੇ ਆ ਗਿਆ ਤੁਹਾਡੇ ਕੋਲ ਚੈਨਰੀ ਨੇ ਇਹਦਾ ਇੱਕ ਇੰਪਰੂਵਡ ਵਰਜ਼ਨ ਦਿੱਤਾ ਆ ਕ੍ਰਾਈਟੇਰੀਆ ਦਾ। ਉਹਦੇ ਨਾਲ ਉਹਨੇ ਕਿਹਾ ਆ ਕਿ ਆਪਾਂ ਨੂੰ ਇਨਵੈਸਟਮੈਂਟ ਕਰਨ ਲਈ ਜਿਹੜੀਆਂ ਇੱਦਾਂ ਯਾਨੀ ਕਿ ਇਨਵੈਸਟਮੈਂਟ ਕਰਨੀ ਚਾਹੀਦੀ ਤਾਂ ਕਿ ਆਪਾਂ ਜਿਨ੍ਹਾਂ ਦੀ ਸੋਸ਼ਲ ਸਿਗਨੀਫੀਕੈਂਸ ਜ਼ਿਆਦਾ ਆ ਉੱਥੇ ਇਨਵੈਸਟਮੈਂਟ ਜ਼ਿਆਦਾ ਕਰਨੀ ਚਾਹੀਦੀ ਆ ਜਾਂ ਪਹਿਲਾਂ ਕਰਨੀ ਚਾਹੀਦੀ ਆ, ਉਹਨੂੰ ਪ੍ਰਾਇਓਰਿਟੀ ਦੇਣੀ ਚਾਹੀਦੀ ਆ ਜਿਨ੍ਹਾਂ ਦੀ ਸੋਸ਼ਲ ਸਿਗਨੀਫੀਕੈਂਸ ਕੀ ਆ? ਜ਼ਿਆਦਾ ਆ। ਜਿਹੜਾ ਸੈਕਟਰ ਸਮਾਜਿਕ ਤੌਰ 'ਤੇ ਜ਼ਿਆਦਾ ਵੈਲਿਊ ਰੱਖਦਾ ਹੋਵੇ ਉੱਥੇ ਤੁਸੀਂ ਇਨਵੈਸਟਮੈਂਟ ਪਹਿਲਾਂ ਕਰੋ। ਜਿਹੜਾ ਸਮਾਜਿਕ ਸਿਗਨੀਫੀਕੈਂਸ ਜਾਂ ਸਮਾਜਿਕ ਤੌਰ 'ਤੇ ਜਿਹਦੀ ਇੰਪੋਰਟੈਂਸ ਥੋੜ੍ਹੀ ਜਿਹੀ ਘੱਟ ਆ, ਉੱਥੇ ਆਪਾਂ ਕੀ ਕਰੋ, ਉਹਨੂੰ ਇੰਪੋਰਟੈਂਸ ਦੇ ਅਕੋਰਡਿੰਗਲੀ ਜਾਂ ਪ੍ਰਾਇਓਰਿਟੀ ਦੇ ਅਕੋਰਡਿੰਗਲੀ ਉੱਥੇ ਇਨਵੈਸਟਮੈਂਟ ਬਾਅਦ 'ਚ ਕੀਤੀ ਜਾਣੀ ਚਾਹੀਦੀ। ਕਲੀਅਰ ਹੈ? ਬਾਰ-ਬਾਰ ਉਹੀ ਗੱਲ, ਇਨਵੈਸਟਮੈਂਟ ਆਫ ਕੈਪੀਟਲ ਅਕਰੋਸ ਥੀਸ ਵੇਰੀਅਸ ਐਕਟੀਵਿਟੀਜ਼ ਸ਼ੁੱਡ ਬੀ ਇਨ ਅਕੋਰਡੈਂਸ ਵਿਦ ਦੇਅਰ ਸੋਸ਼ਲ ਸਿਗਨੀਫੀਕੈਂਸ। ਸਮਾਜਿਕ ਤੌਰ 'ਤੇ ਉਹਦੀ ਕਿੰਨੀ ਵੈਲਿਊ ਆ, ਉਹਦੇ ਅਕੋਰਡਿੰਗਲੀ ਹੀ ਇਨਵੈਸਟਮੈਂਟ ਆਪਾਂ ਨੂੰ ਇਸ ਸੈਕਟਰ ਦੇ ਵਿੱਚ ਕਰਨੀ ਚਾਹੀਦੀ ਹੈ। ਕਲੀਅਰ? ਅੱਛਾ, ਉਸ ਤੋਂ ਬਾਅਦ ਉਹਨੇ ਕਿਹਾ ਆ ਕਿ ਜਦੋਂ ਵੀ ਤੁਸੀਂ ਇਨਵੈਸਟਮੈਂਟ ਕਰਨੀ ਆ ਤੁਹਾਨੂੰ ਕੁਝ ਫੈਕਟਰਸ ਦਿਮਾਗ 'ਚ ਰੱਖਣੇ ਪੈਣੇ, ਜਿਨ੍ਹਾਂ ਵਿੱਚੋਂ ਆਪਾਂ 3 ਫੈਕਟਰਸ ਦੀ ਗੱਲ ਬਾਰ-ਬਾਰ ਕਰਦੇ ਪਏ ਹਾਂ। ਸਭ ਤੋਂ ਪਹਿਲਾਂ ਇਨਵੈਸਟਮੈਂਟ ਇੱਦਾਂ ਕਰਨੀ ਚਾਹੀਦੀ ਆ ਕਿ ਉਹਦੀ ਜਿਹੜੀ ਯੀਲਡ ਆ, ਯਾਨੀ ਕਿ ਜਿਹੜੀ ਉਹਦੀ ਪ੍ਰੋਡਕਸ਼ਨ ਹੋਣੀ ਆ, ਉਸ ਕੈਪੀਟਲ ਤੋਂ ਆਪਾਂ ਨੂੰ ਜਿੰਨੀ ਰਿਟਰਨ ਮਿਲਣੀ ਆ ਉਹ ਕੀ ਹੋਣੀ ਚਾਹੀਦੀ ਆ? ਮੈਕਸਿਮਮ। ਕਲੀਅਰ ਹੈ? ਮੈਂ ਹੁਣੇ ਗੱਲ ਕਰਕੇ ਹਟਿਆ, ਲਾਸਟ ਰੁਪੀ ਸਪੈਂਡ ਮੈਕਸਿਮਮ ਆਪਾਂ ਨੂੰ ਜਿਹੜੀ ਰਿਟਰਨ ਦੇਵੇ ਉਹ ਇੱਦਾਂ ਹੋਣੀ ਚਾਹੀਦੀ। ਇਹੀ ਸੋਚ ਰੱਖਾਂਗੇ ਤੇ ਆਪਣੀ ਇਨਵੈਸਟਮੈਂਟ ਤੋਂ ਅੱਗੇ ਰਿਟਰਨ ਜ਼ਿਆਦਾ ਮਿਲੇਗੀ। ਸੈਕੰਡ ਹੈਗਾ, ਇਨਵੈਸਟਮੈਂਟ ਸ਼ੁੱਡ ਕੰਟਰੀਬਿਊਟ ਟੂ ਦਾ ਐਫੀਸ਼ੀਐਂਸੀ ਆਫ ਲੇਬਰ। ਇਨਵੈਸਟਮੈਂਟ ਇੱਦਾਂ ਹੋਣੀ ਚਾਹੀਦੀ ਹੈ ਕਿ ਐਫੀਸ਼ੀਐਂਸੀ ਆਫ ਲੇਬਰ ਇਨਕਰੀਜ਼ ਕਰ ਸਕੀਏ ਆਪਾਂ। ਉਹਦੀ ਜਿਹੜੀ ਐਫੀਸ਼ੀਐਂਸੀ ਆ ਇੱਕ ਲੇਬਰ ਦੀ, ਉਹਦੇ ਵਿੱਚ ਜੇ ਇਨਕਰੀਜ਼ ਆ ਗਈ ਤਾਂ ਮਤਲਬ ਤੁਸੀਂ ਇਨਵੈਸਟਮੈਂਟ ਵਧੀਆ ਤਰੀਕੇ ਨਾਲ ਕਰਦੇ ਪਏ ਹੋ। ਲਾਸਟ ਹੈਗਾ, ਇਨਵੈਸਟਮੈਂਟ ਸ਼ੁੱਡ ਸਟਿਮੂਲੇਟ ਦਾ ਪ੍ਰੋਡਕਸ਼ਨ ਆਫ ਐਕਸਪੋਰਟ ਗੁੱਡਸ। ਬਿਲਕੁਲ, ਜੇ ਆਪਾਂ ਆਪਣੀ ਇਕੋਨਮੀ ਨੂੰ ਸੁਧਾਰਨਾ ਹੈ ਤੇ ਤੁਹਾਡੇ ਕੋਲ ਇੱਕ ਬੈਲੈਂਸ ਆਫ ਪੇਮੈਂਟ ਹੁੰਦਾ, ਬੈਲੈਂਸ ਆਫ ਟ੍ਰੇਡ ਆਪਾਂ ਨਾਮ ਬਹੁਤ ਸੁਣਿਆ ਹੈ, ਜਿਸ 'ਚ ਐਕਸਪੋਰਟ ਇੰਪੋਰਟ ਦੀ ਗੱਲ ਕਰਦੇ ਹਾਂ, ਫੇਵਰੇਬਲ ਬੈਲੈਂਸ ਆਫ ਟ੍ਰੇਡ ਜਾਂ ਅਨਫੇਵਰੇਬਲ ਜਾਂ ਇਕੁਅਲ ਬੈਲੈਂਸਡ। ਜਿਹੜਾ ਫੇਵਰੇਬਲ ਹੋਣ ਦਾ ਮਤਲਬ ਐਕਸਪੋਰਟ ਜ਼ਿਆਦਾ ਹੋ ਜਾਣਾ, ਇੰਪੋਰਟ ਘੱਟ ਜਾਣਾ। ਐਕਸਪੋਰਟ ਜ਼ਿਆਦਾ ਕਰਨ ਦੇ ਲਈ ਆਪਾਂ ਨੂੰ ਇਨਵੈਸਟਮੈਂਟ ਇੱਦਾਂ ਕਰਨੀ ਚਾਹੀਦੀ ਜਾਂ ਉਹਨਾਂ ਪ੍ਰੋਡਕਟਸ ਦੇ ਵਿੱਚ ਜਾਂ ਉਹਨਾਂ ਸੈਕਟਰ ਦੇ ਵਿੱਚ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਵਿੱਚ ਐਕਸਪੋਰਟ ਗੁੱਡਸ ਦੀ ਪ੍ਰੋਬਲਮ
ਦੂਰ ਹੋ ਸਕੇ, ਯਾਨੀ ਕਿ ਆਪਾਂ ਐਕਸਪੋਰਟ ਜ਼ਿਆਦਾ ਕਰ ਸਕੀਏ। ਇਹਦੇ ਨਾਲ ਆਪਾਂ ਨੂੰ ਬੈਲੈਂਸ ਆਫ ਟ੍ਰੇਡ ਕੀ ਮਿਲੇ? ਫੇਵਰੇਬਲ। ਜੇ ਜਿੰਨਾ ਬੈਲੈਂਸ ਆਫ ਟ੍ਰੇਡ ਫੇਵਰੇਬਲ ਹੋਏਗਾ, ਉਨੀ ਆਪਣੀ ਇਨਵੈਸਟਮੈਂਟ ਪ੍ਰੋਪਰ ਹੋ ਰਹੀ ਆ, ਉਨੀ ਇਕੋਨਮੀ ਸਹੀ ਦਿਸ਼ਾ 'ਚ ਚੱਲਦੀ ਪਈ ਹੈ। ਕਲੀਅਰ? ਅੱਛਾ, ਇਸ ਤੋਂ ਬਾਅਦ ਚੈਨਰੀ ਨੇ ਇੱਕ ਇਕੁਏਸ਼ਨ ਦਿੱਤੀ ਆ ਸੋਸ਼ਲ ਮਾਰਜਨਲ ਪ੍ਰੋਡਕਟਿਵਿਟੀ ਨੂੰ ਸ਼ੋ ਕਰਨ ਲਈ। ਇੱਕ ਇਕੁਏਸ਼ਨ ਬਣਾਈ ਗਈ ਆ। ਉਹ ਇਕੁਏਸ਼ਨ ਆ ਹੈਗਾ ਸੋਸ਼ਲ ਮਾਰਜਨਲ ਪ੍ਰੋਡਕਟਿਵਿਟੀ V/K ਮਾਈਨਸ C/K ਪਲੱਸ BR/K। ਇਹਨਾਂ ਦਾ ਡਾਇਰੈਕਟ ਅਬਜ਼ਰਵ ਕੋਈ ਲਿੰਕ ਨਹੀਂ ਹੈਗਾ, ਸਾਰੇ ਅਲੱਗ-ਅਲੱਗ ਤਰੀਕੇ ਨਾਲ ਚੱਲਦੇ ਆ। ਜਿਹੜੀ V ਆ, ਆਹ ਵਾਲੀ, ਇਹ ਕਿਹਦੇ ਬਰਾਬਰ ਆ? X ਪਲੱਸ E ਮਾਈਨਸ MI। MI ਦਾ ਮਤਲਬ ਇਹ ਨਹੀਂ ਚਾਈਨੀਜ਼ ਕੰਪਨੀ ਜਿਹਦਾ ਫੋਨ ਆਉਂਦਾ ਪਿਆ। MI ਦਾ ਮਤਲਬ ਇੱਥੇ ਹੈਗਾ ਆ ਕੋਸਟ ਆਫ ਇੰਪੋਰਟਡ ਗੁਡਸ। ਅੱਛਾ, ਜਿਹੜਾ X ਆ ਇਹ ਕਿਹਨੂੰ ਰਿਪਰੈਜ਼ੈਂਟ? ਆ ਦੇਖੋ, ਆ V ਕਿਹਦੇ ਬਰਾਬਰ ਆ? X ਪਲੱਸ E ਮਾਈਨਸ MI। ਇਨਕਰੀਜ਼ਡ ਮਾਰਕੀਟ ਵੈਲਿਊ ਆਫ ਪ੍ਰੋਡਕਸ਼ਨ, ਜਿਹੜੀ ਪ੍ਰੋਡਕਸ਼ਨ ਦੀ ਮਾਰਕੀਟ ਵੈਲਿਊ ਆ ਉਹ। ਵੈਲਿਊ ਐਡਡ ਡਿਊ ਟੂ ਐਕਸਟਰਨਲ ਇਕੋਨਮੀਜ਼, ਯਾਨੀ ਕਿ X ਪਲੱਸ E ਕੀ ਆ? ਵੈਲਿਊ ਆਫ ਦਾ ਗੁੱਡ। ਮਾਈਨਸ ਕੋਸਟ ਆਫ ਇੰਪੋਰਟਡ ਗੁੱਡ, ਜਿਹੜੀ ਬਾਹਰੋਂ ਕੋਈ ਚੀਜ਼ ਆਈ ਉਹਦੀ ਕੋਸਟ ਨੂੰ ਆਪਾਂ ਕਿਤੋਂ ਵਿੱਚੋਂ ਕੀ ਕਰਤਾ ਹੈ? ਮਾਈਨਸ। ਇਹ ਕੀ ਬਣ ਗਿਆ? V। ਕਲੀਅਰ ਆ? V ਕੀ ਚੀਜ਼ ਸ਼ੋ ਕਰਦਾ ਆ? ਇਨਕਰੀਜ਼ਡ ਮਾਰਕੀਟ ਵੈਲਿਊ ਆਫ ਪ੍ਰੋਡਕਸ਼ਨ ਪਲੱਸ ਵੈਲਿਊ ਐਡਡ ਡਿਊ ਟੂ ਐਕਸਟਰਨਲ ਇਕੋਨਮੀਜ਼ ਮਾਈਨਸ ਕੀ ਕਰਤਾ ਆਪਾਂ? ਕੋਸਟ ਆਫ ਇੰਪੋਰਟਡ ਗੁੱਡਸ। ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ, ਇਹ ਕੀ ਆਪਣੇ ਕੋ? ਪ੍ਰਪੋਰਸ਼ਨ ਆਫ ਇਨਵੈਸਟਮੈਂਟ। ਇਹ ਕੀ ਚੀਜ਼ ਆ? ਪ੍ਰਪੋਰਸ਼ਨ ਆਫ ਇਨਵੈਸਟਮੈਂਟ। V ਨੂੰ ਕੀ ਕਵਾਂਗੇ? V/K ਨੂੰ। K ਹੁੰਦਾ ਇਨਵੈਸਟਮੈਂਟ ਐਕਚੁਅਲੀ। ਆ K ਕੀ ਲਿਖਿਆ ਆ? ਇਨਵੈਸਟਮੈਂਟ। ਕਲੀਅਰ ਹੈ? K ਹੈਗਾ ਆ ਤੁਹਾਡੇ ਕੋ ਇਨਵੈਸਟਮੈਂਟ। ਮੈਂ ਠੀਕ ਕਰ ਦਵਾਂ ਜਰਾ। ਅੱਛਾ, ਇਹਦਾ ਮਤਲਬ ਆਹ ਸਾਰੀ ਚੀਜ਼ ਕੀ ਆ? ਪ੍ਰਪੋਰਸ਼ਨ ਆਫ ਇਨਵੈਸਟਮੈਂਟ ਮਾਈਨਸ C/K। C ਕਿਹਨੂੰ ਰਿਪਰੈਜ਼ੈਂਟ ਕਰਦਾ? L ਪਲੱਸ MD ਪਲੱਸ O। L ਕੀ ਆ? ਕੋਸਟ ਆਫ ਲੇਬਰ। MD ਕੋਸਟ ਆਫ ਡੋਮੈਸਟਿਕ ਆਊਟਪੁੱਟ। ਤੇ O ਕੀ ਆ? ਓਵਰਹੈਡ ਕੋਸਟ। ਜੇ ਤੁਸੀਂ ਧਿਆਨ ਦਿਓ, ਇਹ ਸਾਰੇ ਦੀ ਸਾਰੀ ਕੋਸਟ ਆ, ਜਿੰਨਾ ਉਹਦੇ ਤੇ ਖਰਚਾ ਆਇਆ। ਕਲੀਅਰ ਆ? V ਨੂੰ ਆਪਾਂ ਕਿਹਾ ਸੀ ਪ੍ਰਪੋਰਸ਼ਨ ਆਫ ਇਨਵੈਸਟਮੈਂਟ, ਤੇ ਆਪਾਂ C ਨੂੰ ਕੀ ਕਵਾਂਗੇ? C ਨੂੰ ਕਵਾਂਗੇ ਆਪਾਂ ਕੋਸਟ ਆਫ ਪ੍ਰੋਡਕਸ਼ਨ, ਟੋਟਲ ਕੋਸਟ ਆਫ ਪ੍ਰੋਡਕਸ਼ਨ। ਕਲੀਅਰ ਆ? ਇਹਦਾ ਮਤਲਬ ਪ੍ਰਪੋਰਸ਼ਨ ਆਫ ਇਨਵੈਸਟਮੈਂਟ ਮਾਈਨਸ ਕੋਸਟ ਆਫ ਪ੍ਰੋਡਕਸ਼ਨ ਪਲੱਸ BR/K ਕੀ ਆ? ਪ੍ਰਪੋਰਸ਼ਨ ਬਿਟਵੀਨ ਬੈਲੈਂਸ ਆਫ ਪੇਮੈਂਟ ਐਂਡ ਇਨਵੈਸਟਮੈਂਟ। ਦੇਖਿਓ, B ਦਾ ਮਤਲਬ ਕੀ ਸੀ? ਡਿਮਾਂਡ ਫਾਰ ਫੋਰਨ ਐਕਸਚੇਂਜ। R ਕੀ ਆ? ਬੈਲੈਂਸ ਆਫ ਪੇਮੈਂਟ। ਇਹਦਾ ਮਤਲਬ ਬੈਲੈਂਸ ਆਫ ਪੇਮੈਂਟ ਤੇ ਫੋਰਨ ਐਕਸਚੇਂਜ ਨੂੰ ਮਲਟੀਪਲਾਈ ਕਰਕੇ ਡਿਵਾਈਡ ਕਿਹਦੇ ਨਾਲ ਕੀਤਾ? ਇਨਵੈਸਟਮੈਂਟ ਨਾਲ। ਪ੍ਰਪੋਰਸ਼ਨ ਆਫ ਇਨਵੈਸਟਮੈਂਟ ਮਾਈਨਸ ਕੋਸਟ ਆਫ ਪ੍ਰੋਡਕਸ਼ਨ ਪਲੱਸ ਬੈਲੈਂਸ ਆਫ ਪੇਮੈਂਟ ਰੇਸ਼ੋ। ਕਲੀਅਰ ਆ? ਇਹ ਜਿਹੜੀ ਚੀਜ਼ ਆ ਇਹਨੂੰ ਕੀ ਕਿਹਾ ਆ? SMP। ਕਲੀਅਰ? ਚੈਨਰੀ ਨੇ ਕਿਹਾ ਆ ਕਿ ਜੇ ਤੁਸੀਂ ਸੋਸ਼ਲ ਮਾਰਜਨਲ ਪ੍ਰੋਡਕਟਿਵਿਟੀ ਇਹ ਲੱਭਣੀ ਆ ਤੇ ਆਹ ਵਾਲੀ ਇਕੁਏਸ਼ਨ ਨੂੰ ਫੋਲੋ ਕਰਨਾ ਪੈਣਾ। ਇਹ ਜਿਹੜੀ ਇਟਲੀ ਤੇ ਗ੍ਰੀਸ ਦੇ ਵਿੱਚ ਉਹਨੇ ਜਿਹੜੀ ਆਪਣੀ ਸੋਸ਼ਲ ਮਾਰਜਨਲ ਪ੍ਰੋਡਕਟਿਵਿਟੀ ਆ ਇਸੇ ਤਰ੍ਹਾਂ ਹੀ ਲੱਭੀ ਗਈ ਹੈ। ਕਲੀਅਰ ਹੈ? ਅੱਛਾ, ਇਸ ਤੋਂ ਬਾਅਦ ਲਿਮਿਟੇਸ਼ਨਸ। ਡਾਕਟਰ ਬ੍ਰਾਈਟ ਸਿੰਘ, ਇਹ ਨਾਮ ਯਾਦ ਰਹੇ ਨਾ ਤੁਹਾਨੂੰ? ਡਾਕਟਰ ਬ੍ਰਾਈਟ ਸਿੰਘ। ਇਹਦੇ 'ਚ ਨਾ ਬੜੀਆਂ ਲਿਮਿਟੇਸ਼ਨਸ ਆ ਇਸ ਮਾਡਲ ਦੇ ਵਿੱਚ। ਉਹ ਕਿਹੜੀਆਂ? ਸਭ ਤੋਂ ਪਹਿਲਾਂ ਇਟ ਇਗਨੋਰਸ ਮਲਟੀਪਲਾਇਰ ਇਫੈਕਟ। ਮਲਟੀਪਲਾਇਰ ਇਫੈਕਟ ਕੀ ਹੁੰਦਾ ਪਤਾ? ਇੱਕ ਇਨਵੈਸਟਮੈਂਟ ਦੇ ਯੂਨਿਟ ਨਾਲ ਕਿੰਨੀ ਇਨਕਮ ਇਨਕਰੀਜ਼ ਹੁੰਦੀ ਹੈ, ਇਹਦੇ ਬਾਰੇ ਇਹ ਮਾਡਲ ਨੇ ਕੁਝ ਵੀ ਨਹੀਂ ਦੱਸਿਆ। ਇਟ ਡਜ਼ ਨਾਟ ਕੰਸੀਡਰ ਦਾ ਫਿਊਚਰ ਚੇਂਜਸ ਇਨ ਇਨਕਮ। ਫਿਊਚਰ ਵੀ ਛੱਡ ਦਿਓ, ਚੇਂਜਸ ਇਨ ਇਨਕਮ ਐਜ਼ ਅ ਕੰਸੀਕੁਐਂਸ ਆਫ ਦਾ ਪ੍ਰੈਜ਼ੈਂਟ ਚੇਂਜ ਇਨ ਇਨਵੈਸਟਮੈਂਟ। ਅੱਜ ਇਨਵੈਸਟਮੈਂਟ ਲਾਉਣ ਦੇ ਨਾਲ ਫਿਊਚਰ ਦੇ ਵਿੱਚ ਕਿੰਨੀ ਇਨਕਮ ਇਨਕਰੀਜ਼ ਹੋਊਗੀ, ਇਹਨੇ ਉਹਦੇ ਬਾਰੇ ਕੋਈ ਨਹੀਂ ਕੀਤਾ। ਇਹਦਾ ਮਤਲਬ ਇਹਨੇ ਮਲਟੀਪਲਾਇਰ ਇਫੈਕਟ ਨੂੰ ਇਗਨੋਰ ਕੀਤਾ ਹੈ। ਕਲੀਅਰ? ਸੈਕਿੰਡ ਵੇਗ ਕੰਸੈਪਟ ਆ। ਐਕਸਟੀਨ, ਇਹ ਇਕੋਨੋਮਿਸਟ ਆ, ਉਹਨੇ ਕਿਹਾ ਕਿ ਇਹ ਕੰਸੈਪਟ ਹੀ ਖਰਾਬ ਆ, ਗਲਤ ਕੰਸੈਪਟ ਆ, ਕਿਉਂਕਿ ਇਹਨੇ ਕੀ ਕਹਿੰਦੇ ਆ ਸੋਸ਼ਲ ਕਾਸਟ ਤੇ ਪ੍ਰੋਫਿਟ ਮਾਰਕੀਟ ਪ੍ਰਾਈਸ ਦੇ ਥਰੂ ਜਿਹੜਾ ਦੱਸਿਆ ਆ ਉਹ ਕਰੈਕਟਲੀ ਨਹੀਂ ਦੱਸਿਆ। ਸੋਸ਼ਲ ਕਾਸਟ ਤੇ ਪ੍ਰੋਫਿਟ ਨੂੰ ਮਾਰਕੀਟ ਪ੍ਰਾਈਸ ਦੇ ਨਾਲ ਲਿੰਕ ਕਰਕੇ ਇਹਨੇ ਜੋ ਵੀ ਦੱਸਿਆ ਉਹ ਗਲਤ ਦੱਸਿਆ ਹੈ। ਕਲੀਅਰ? ਸਟੈਟਿਕ। ਅੱਛਾ, ਇਹ ਮੰਨ ਕੇ ਚੱਲਦਾ ਆ ਕਿ ਜ਼ਿਆਦਾਤਰ ਜਿਹੜੇ ਫੈਕਟਰਸ ਆ
ਉਹ ਕੀ ਆ ਸਟੈਟਿਕ ਯਾਨੀ ਕਿ ਕੌਂਸਟੈਂਟ ਆ ਮਾਰਜਨਲ ਪ੍ਰੋਡਕਟਿਵਿਟੀ ਕ੍ਰਾਈਟੇਰੀਆ ਇਜ਼ ਸਟੈਟਿਕ ਪਰ ਬੜੇ ਹੀ ਜ਼ਿਆਦਾ ਇਹਦੇ ਵਿੱਚ ਸਟੈਟਿਕ ਦਾ ਮਤਲਬ ਇੱਕ ਹੋਰ ਵੀ ਗੱਲ ਕਰ ਸਕਦੇ ਹਾਂ ਕਿ ਕ੍ਰਾਸ ਸੈਕਸ਼ਨ ਪੀਰੀਅਡ ਆਫ ਟਾਈਮ ਨੂੰ ਲੈ ਕੇ ਚੱਲਿਆ ਗਿਵਨ ਪੀਰੀਅਡ ਆਫ ਟਾਈਮ ਹੈ ਨਾ ਕ੍ਰਾਸ ਸੈਕਸ਼ਨ ਪੀਰੀਅਡ ਆ ਜਾਂ ਕ੍ਰਾਸ ਸੈਕਸ਼ਨ ਯੂਨਿਟ ਆ ਜਿਹਦੇ ਵਿੱਚ ਕੁਝ ਟਾਈਮ ਲਈ ਆਪਾਂ ਉਹ ਚੀਜ਼ ਨੂੰ ਕੀ ਮੰਨ ਲਿਆ ਕੌਂਸਟੈਂਟ ਪਰ ਕਹਿੰਦਾ ਪਾਪੂਲੇਸ਼ਨ ਟੈਕਨੋਲੋਜੀ ਇਹ ਕਦੀ ਵੀ ਕੌਂਸਟੈਂਟ ਨਹੀਂ ਰਹਿੰਦੇ ਇਹ ਟਾਈਮ ਦੇ ਨਾਲ ਚੇਂਜ ਕਰਦੇ ਰਹਿੰਦੇ ਆ ਕਲੀਅਰ ਆ ਅੱਛਾ ਉਸ ਤੋਂ ਬਾਅਦ ਤੁਹਾਡੇ ਕੋਲ ਆ ਗਿਆ it ignores the difference in the nature of factors of production ਹੁਣ ਇਨਵੈਸਟਮੈਂਟ ਪ੍ਰੋਡਕਸ਼ਨ ਦੇ ਉੱਤੇ ਹੋਰ ਵੀ ਚੀਜ਼ਾਂ ਅਫੈਕਟ ਕਰਦੀਆਂ ਉਹ ਕਿਹੜੀਆਂ ਹੈ ਦੇਖੋ ਇਹਨੇ ਇਗਨੋਰ ਕੀਤੇ ਆ ਬਾਕੀ ਸਾਰੇ ਪੁਆਇੰਟ ਉਹ ਕਿਹੜੇ ਇਗਨੋਰ ਕੀਤੇ ਆ ਇੱਕ ਹੈਗਾ ਆ ਤੁਹਾਡੇ ਕੋਲ ਐਂਟਰਪ੍ਰੇਨਰਸ਼ਿਪ ਦਾ ਕੀ ਅਸਰ ਹੋਏਗਾ ਇਨਵੈਸਟਮੈਂਟ ਦਾ ਇਹਦੇ ਤੇ ਕੀ ਅਸਰ ਹੋਏਗਾ ਐਫੀਸ਼ੀਐਂਸੀ ਆਫ ਲੇਬਰ ਤੇ ਕੀ ਅਸਰ ਹੋਏਗਾ ਪ੍ਰੋਪੈਂਸਿਟੀ ਟੂ ਕੰਜ਼ਿਊਮ ਦੇ ਉੱਤੇ ਕੀ ਅਸਰ ਹੋਏਗਾ ਇਹ ਸਾਰੀਆਂ ਚੀਜ਼ਾਂ ਨੂੰ ਇਹ ਕਨਸੈਪਟ ਨੇ ਇਗਨੋਰ ਕੀਤਾ ਹੈ ਕਲੀਅਰ ਅੱਛਾ ਉਸ ਤੋਂ ਬਾਅਦ ਤੁਹਾਡੇ ਕੋਲ ਹੈਗਾ ਆ ਐਪਲੀਕੇਸ਼ਨ ਆਫ ਟੂਲਸ ਆਫ ਸਟੈਟਿਕ ਐਨਾਲਿਸਿਸ ਇਹਨੇ ਕਨਸੈਪਟ ਨੂੰ ਐਕਸਪਲੇਨ ਕਰਨ ਦੇ ਲਈ ਸਟੈਟਿਕ ਐਨਾਲਿਸਿਸ ਦੇ ਲਈ ਜਿਹੜੇ ਟੂਲਸ ਵਰਤੇ ਆ ਪਰ ਡਿਸਕ੍ਰਾਈਬ ਕਿਹਨੂੰ ਕੀਤਾ ਹੈ ਡਾਇਨਾਮਿਕ ਪ੍ਰੋਬਲਮ ਨੂੰ ਪ੍ਰੋਬਲਮ ਹੈਗੀ ਆਪਣੀ ਜਿਹੜੀ ਚੇਂਜ ਹੋਣ ਵਾਲੀ ਪਰ ਉਹਨੂੰ ਸੋਲਵ ਕਰਨ ਲਈ ਇਹਨੇ ਟੂਲਸ ਕਿਹੜੇ ਵਰਤੇ ਆ ਸਟੈਟਿਕ ਐਨਾਲਿਸਿਸ ਵਾਲੇ ਕੌਨਸਟੈਂਟ ਐਨਾਲਿਸਿਸ ਇੱਕ ਚੀਜ਼ ਜਿਹੜੀ ਸਟੇਬਲ ਆ ਉਹਦੇ ਟੂਲਸ ਯੂਜ਼ ਕਰਕੇ ਇਹਨੇ ਦੱਸਿਆ ਆ ਕਿ ਇਹ ਚੇਂਜ ਕਿੱਦਾਂ ਹੋ ਸਕਦੀ ਹੈ ਕਲੀਅਰ ਸਟੈਟਿਕ ਐਨਾਲਿਸਿਸ ਦੇ ਟੂਲਸ ਨੂੰ ਯੂਜ਼ ਕੀਤਾ ਆ ਸੋਲਵ ਕਰਨ ਨੂੰ ਕੀਤਾ ਹੈ ਡਾਇਨਾਮਿਕ ਪ੍ਰੋਬਲਮ ਨੂੰ ਇਹ ਆਪਣੇ ਆਪ 'ਚ ਇਹਦੇ 'ਚ ਪ੍ਰੋਬਲਮ ਹੈ ਇਟ ਇਜ਼ ਨਾਟ ਐਪਲੀਕੇਬਲ ਟੂ ਅੰਡਰ ਡਿਵੈਲਪਡ ਕੰਟਰੀਜ਼ ਸਭ ਤੋਂ ਵੱਡੀ ਪ੍ਰੋਬਲਮ ਕਿਉਂਕਿ ਮੇਨ ਜਿਹੜੀ ਇਨਵੈਸਟਮੈਂਟ ਦਾ ਕ੍ਰਾਈਟੇਰੀਆ ਇਹ ਲੱਗਦਾ ਕਿੱਥੇ ਆ ਅੰਡਰ ਡਿਵੈਲਪ ਕੰਟਰੀਜ਼ ਇਹਨੇ ਉਹੀ ਚੀਜ਼ ਨੂੰ ਇਗਨੋਰ ਕੀਤਾ ਇਹਦੇ ਨਾਲ ਤੁਹਾਡਾ ਇਹ ਵਾਲਾ ਕ੍ਰਾਈਟੇਰੀਆ ਖਤਮ ਆ ਆਪਾਂ 1 ਬਾਏ 1 ਸਾਰੇ ਕਰਾਂਗੇ ਇਸ ਤੋਂ ਬਾਅਦ ਮੈਂ ਤੁਹਾਨੂੰ ਕਰਾਉਂਗਾ ਸੈਕੰਡ ਜਿਹੜਾ ਕ੍ਰਾਈਟੇਰੀਆ ਆਫ ਇਨਵੈਸਟਮੈਂਟ ਫਾਰ ਐਕਸਲਰੇਟਿਡ ਗਰੋਥ ਇਹਨੂੰ ਨਾਲ ਪੜ੍ਹ ਲਿਓ ਤੁਹਾਡੇ ਲਈ ਤੁਹਾਡੇ ਪੇਪਰ ਉਹ ਵੀ ਫਿਰ ਓਪਨ ਬੁੱਕ ਹੀ ਹੋਣੇ ਆ ਨਾਲ ਪੜ੍ਹ ਲਿਓ ਅੱਗੇ ਜਾ ਕੇ ਤੁਹਾਡੇ ਕੰਮ ਆਉਣਗੇ ਕਲੀਅਰ ਹੈ ਇਹਦੇ ਨਾਲ ਤੁਹਾਡਾ ਇਹ ਵਾਲਾ ਕਨਸੈਪਟ ਖਤਮ ਹੋਇਆ ਇਸ ਤੋਂ ਬਾਅਦ ਅਗਲਾ ਕਨਸੈਪਟ ਕਰਦੇ ਹਾਂ ਥੈਂਕ ਯੂ